ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਸ਼ਿਕਾਰ ਦੇ ਉੱਤੇ ਨਿਕਲਿਆ, ਬੜੀ ਦੂਰ ਦਰੇਡੇ ਤੱਕ, ਜੰਗਲ ਦੇ ਐਨ ਅੰਦਰ ਤੱਕ ਜਾਣ ਦੇ ਉੱਤੇ ਆਪਣੇ ਸਾਥੀਆਂ ਦੇ ਨਾਲੋਂ ਵਿਛੜ ਜਾਂਦਾ। 4 ਚੁਫੇਰੇ ਸੰਘਣਾ ਜੰਗਲ, ਸਮਝ ਨਹੀਂ ਆ ਰਹੀ ਕਿਹੜੇ ਪਾਸੇ ਨੂੰ ਜਾਵਾਂ। ਹੌਲੀ ਹੌਲੀ ਭੁੱਖ ਦੇ ਨਾਲ, ਪਿਆਸ ਦੇ ਨਾਲ ਬੁਰੇ ਹਾਲ, ਇੱਧਰ ਉੱਧਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਹੌਲੀ ਹੌਲੀ ਦਿਨ ਵੀ ਢਲ ਰਿਹਾ। ਅਚਾਨਕ ਧਿਆਨ ਪੈਂਦਾ ਕਿ ਉੱਥੇ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ। ਥੋੜ੍ਹੀ ਸਾਹ ਦੇ ਵਿੱਚ ਸਾਹ ਆਉਂਦੇ ਨੇ। ਉਹਦੇ ਕੋਲ ਜਾ ਕੇ ਗੁਜ਼ਾਰਿਸ਼ ਕਰਦਾ, ਥੋੜ੍ਹਾ ਪਾਣੀ ਮਿਲ ਸਕਦਾ। ਲੱਕੜਹਾਰੇ ਨੇ ਵੇਖਿਆ ਬੜੇ ਸੋਹਣੇ ਪੋਸ਼ਾਕੇ ਪਾਏ ਨੇ, ਇਹ ਤਾਂ ਕੋਈ ਵੱਡਾ ਬੰਦਾ ਹੀ ਹੋ ਸਕਦਾ ਕੋਈ ਰਾਜਕੁਮਾਰ ਹੋਵੇ, ਇਸ ਰਾਜ ਦਾ ਰਾਜਾ ਹੋਵੇ। ਪੁੱਛ ਲੈਂਦਾ ਕਿ ਮਹਾਰਾਜ ਬੜੇ ਸੋਹਣੇ ਕੱਪੜੇ ਪਾਏ ਨੇ, ਇੱਥੇ ਜੰਗਲ 'ਚ ਕੀ ਕਰ ਰਹੇ ਹੋ? ਤੇ ਰਾਜੇ ਨੇ ਕਿਹਾ, ਮੈਂ ਇਸ ਰਾਜ ਦਾ ਰਾਜਾ ਵਾਂ, ਸ਼ਿਕਾਰ ਖੇਡਣ ਆਇਆ ਸੀ, ਆਪਣੇ ਸਾਥੀਆਂ ਦੇ ਨਾਲੋਂ ਵਿਛੜ ਗਿਆ। ਲੱਕੜਹਾਰਾ ਦੋਵੇਂ ਹੱਥ ਜੋੜ ਕੇ ਗੋਡਿਆਂ ਭਾਰ ਹੋ ਕੇ ਬੇਨਤੀ ਕਰਦਾ, ਦੱਸੋ ਮਹਾਰਾਜ ਕੀ ਕਰ ਸਕਦੇ ਹਾਂ ਤੁਹਾਡੇ ਲਈ? ਫਿਲਹਾਲ ਤੇ ਮੈਨੂੰ ਭੁੱਖ ਤੇ ਪਿਆਸ ਦੇ ਬਹੁਤ ਬੁਰੇ ਹਾਲ ਕੀਤੇ ਨੇ, ਪਾਣੀ ਚਾਹੀਦਾ। ਲੱਕੜਹਾਰੇ ਦੇ ਕੋਲ ਥੋੜ੍ਹਾ ਜੋ ਪਾਣੀ ਪਿਆ ਸੀ ਉਹ ਰਾਜੇ ਨੂੰ ਦਿੱਤਾ। ਰਾਜਾ ਬਹੁਤ ਖੁਸ਼ ਹੋਇਆ, ਜਿੱਦਾਂ ਸਾਹ ਦੇ ਵਿੱਚ ਸਾਹ ਆਏ ਹੋਣ। ਜੋ ਵੀ ਕੁਛ ਮਾੜਾ ਮੋਟਾ ਖਾਣ ਦੇ ਲਈ ਹੀ ਉਹ ਰਾਜੇ ਨੂੰ ਦਿੱਤਾ। ਰਾਜੇ ਨੇ ਰਾਹ ਪੁੱਛਿਆ, ਕਿਹੜੇ ਪਾਸਿਓਂ ਮੈਂ ਜੰਗਲ 'ਚੋਂ ਬਾਹਰ ਨਿਕਲ ਸਕਦਾ ਤੇ ਕਿੱਦਾਂ ਮੈਂ ਰਾਜ ਆਪਣੇ 'ਚ ਵਾਪਸ ਜਾਵਾਂ, ਆਪਣੇ ਮਹਿਲ ਦੇ ਵਿੱਚ ਵਾਪਸ ਪਹੁੰਚ ਜਾਵਾਂ? ਲੱਕੜਹਾਰੇ ਨੇ ਰਾਹ ਦੱਸਿਆ। ਰਾਜਾ ਬਹੁਤ ਖੁਸ਼ ਹੋਇਆ ਤੇ ਜਾਂਦੇ ਜਾਂਦੇ ਲੱਕੜਹਾਰੇ ਨੂੰ ਆਪਣੀ ਇੱਕ ਨਿਸ਼ਾਨੀ ਦੇ ਗਿਆ ਕਿ ਆਹ ਮੇਰੀ ਮੁੰਦਰੀ, ਜਦੋਂ ਵੀ ਤੈਨੂੰ ਜ਼ਰੂਰਤ ਹੋਵੇ, ਹੁਣ ਤੇ ਮੈਂ ਤੇਰੇ ਲਈ ਕੁਛ ਸ਼ਾਇਦ ਨਾ ਕਰ ਸਕਾਂ, ਪਰ ਤੂੰ ਮੇਰੀ ਜਾਨ ਬਚਾਈ ਹੈ, ਤੂੰ ਮਹਿਲਾਂ ਦੇ ਵਿੱਚ ਆ ਜੀ, ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਲੱਕੜਹਾਰਾ ਬਹੁਤ ਖੁਸ਼ ਹੋਇਆ, ਘਰ ਜਾ ਕੇ ਵਹੁਟੀ ਦੇ ਨਾਲ ਗੱਲ ਕੀਤੀ। ਇਹ ਤੇ ਚਾਹੁੰਦਾ ਸੀ ਕਿ ਚਲੋ ਕੋਈ ਗੱਲ ਨਹੀਂ, ਜਦੋਂ ਲੋੜ ਪਏਗੀ ਚਲੇ ਜਾਵਾਂਗੇ, ਪਰ ਵਹੁਟੀ ਬੇਸਬਰੀ। ਵਹੁਟੀ ਨੇ ਰਾਤ ਵੀ ਨਾ ਸੌਣ ਦਿੱਤਾ, ਜੀ ਸਵੇਰੇ ਹੀ ਚਲੇ ਜਾਓ, ਰਾਤ ਹੀ ਤੁਰ ਪਓ, ਮਨੇਰੇ ਹੀ ਚਲੇ ਜਾਓ। ਵਾਰ-ਵਾਰ ਕਹਿਣ ਦੇ ਉੱਤੇ ਆਖਰਕਾਰ ਹੁਣ ਇਸ ਬੰਦੇ ਨੂੰ ਤਿਆਰ ਹੋਣਾ ਹੀ ਪਿਆ ਜਾਣ ਦੇ ਲਈ। ਬਾਅਦ ਵਿੱਚ ਜਾਓਗੇ, ਪਤਾ ਨਹੀਂ ਰਾਜਾ ਤੁਹਾਨੂੰ ਪਛਾਣੇ ਕਿ ਨਾ ਪਛਾਣੇ। ਹੁਣ ਤੇ ਤਾਜ਼ਾ ਉਪਕਾਰ ਕੀਤਾ ਵਾ, ਹੁਣ ਉਹ ਕੋਈ ਵੱਡੀ ਚੀਜ਼ ਦੇ ਦੂਗਾ, ਬਾਅਦ ਵਿੱਚ ਕੌਣ ਜਾਣਦਾ। ਇੱਕ ਵਾਰੀ ਭੁੱਲ ਭੁਲਾ ਗਿਆ ਤੇ ਗਿਆ, ਗਰੀਬਾਂ ਦੀ ਕੌਣ ਪਛਾਣ ਰੱਖਦਾ ਜੀ। ਲੱਕੜਹਾਰਾ ਅਗਲੇ ਦਿਨ ਸਵੇਰੇ, ਤੜਕ ਸਵੇਰੇ ਮਹਿਲਾਂ ਦੇ ਵੱਲ ਨੂੰ ਤੁਰ ਪੈਂਦਾ ਤੇ ਜਾ ਕੇ ਰਾਜੇ ਦੀ ਨਿਸ਼ਾਨੀ ਉੱਥੇ ਸੰਤਰੀਆਂ ਨੂੰ ਵਿਖਾਉਂਦਾ, ਰਾਜੇ ਨੂੰ ਮਿਲਣ ਦੀ ਮੰਗ ਕਰਦਾ। ਫਟੇ ਪੁਰਾਣੇ ਕੱਪੜੇ, ਇਹਦਾ ਭਲਾ ਰਾਜੇ ਦੇ ਨਾਲ ਕੀ ਕੰਮ ਹੋਊਗਾ? ਕਾਫੀ ਦੇਰ ਬਹਿਸ ਵਸਈਆ ਕਰਨ ਤੋਂ ਬਾਅਦ ਆਖਰਕਾਰ ਗੱਲ ਰਾਜੇ ਤੱਕ ਪਹੁੰਚਦੀ ਹੈ। ਪਰ ਰਾਜਾ ਚੰਗਾ ਹੀ ਰਾਜਾ ਪਛਾਣ ਲੈਂਦਾ। ਰਾਜੇ ਨੇ ਕਿਹਾ, ਇਹ ਉਹੀ ਵਿਅਕਤੀ ਆ ਜਿਹਨੇ ਕੱਲ ਮੇਰੀ ਜਾਨ ਬਚਾਈ, ਜਿਹਨੇ ਮੈਨੂੰ ਪਾਣੀ ਦਿੱਤਾ, ਕੁਛ ਖਾਣ ਦੇ ਲਈ ਦਿੱਤਾ। ਆਪਾਂ ਇਹਦੇ ਲਈ ਕੁਛ ਕਰਨਾ ਚਾਹੁੰਦੇ ਹਾਂ। ਇੱਦਾਂ ਕਰਦੇ ਹਾਂ, ਜਿਹੜਾ ਸਾਡੇ ਕੋਲ ਚੰਦਨ ਦੀਆਂ ਲੱਕੜਾਂ ਵਾਲਾ ਇੱਕ ਬਗੀਚਾ, ਉਹ ਇਸ ਨੂੰ ਤੋਹਫੇ ਦੇ ਵਿੱਚ ਦੇ ਦਿੱਤਾ ਜਾਵੇ। ਇਹ ਹੁਣ ਅੱਜ ਤੋਂ ਬਾਅਦ ਗਰੀਬ ਨਹੀਂ ਰਹੂਗਾ। ਲੱਕੜਹਾਰਾ ਬਹੁਤ ਖੁਸ਼ ਹੋਇਆ, ਲੁੱਡੀਆਂ ਪਾਉਂਦਾ ਵਾਪਸ ਘਰ ਨੂੰ ਆਉਂਦਾ, ਆਪਣੀ ਵਹੁਟੀ ਨੂੰ ਲੈ ਕੇ ਵਾਪਸ ਉਸ ਬਗੀਚੇ ਦੇ ਵਿੱਚ ਪਹੁੰਚਦਾ। ਨਾਲ ਰਹਿਣ ਦੇ ਲਈ ਘਰ ਵੀ ਆ, ਬਗੀਚਾ ਵੀ ਆ। ਬਹੁਤ ਖੁਸ਼ ਹੈ ਕਿ ਹੁਣ ਮੇਰੇ ਦਿਨ ਬਦਲ ਗਏ, ਹੁਣ ਮੇਰੇ ਉੱਤੇ ਗਰੀਬੀ ਨਹੀਂ ਰਹੂਗੀ। ਥੋੜਾ ਚਿਰ ਪਾ ਕੇ ਰਾਜੇ ਨੇ ਸੋਚਿਆ ਕਿ ਹੋਵੇ ਨਾ ਤੇ ਵੇਖ ਕੇ ਆਵਾਂ ਕੀ ਕਰਦਾ ਵਾ, ਕਿਹੜੇ ਹਾਲਾਤਾਂ ਦੇ ਵਿੱਚ ਹੈ, ਬਗੀਚੇ ਦੀ ਦੇਖਭਾਲ ਠੀਕ ਤਰ੍ਹਾਂ ਦੇ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ। ਮਨ ਦੇ ਵਿੱਚ ਆਇਆ ਤੇ ਰਾਜਾ ਉੱਧਰ ਨੂੰ ਚਲਾ ਗਿਆ। ਜਾ ਕੇ ਕੀ ਵੇਖਦਾ ਕਿ ਬਗੀਚੇ ਦੇ ਵਿੱਚੋਂ ਜ਼ਿਆਦਾਤਰ ਰੁੱਖ ਕੱਟੇ ਜਾ ਚੁੱਕੇ ਨੇ, ਕੁਛ ਸੜੀਆਂ ਲੱਕੜਾਂ ਪਈਆਂ ਨੇ, ਕੋਲੇ ਪਏ ਨੇ, ਕੁਛ ਕੀ ਰੁੱਖ ਬਚੇ ਨੇ। ਰਾਜਾ ਬਹੁਤ ਹੈਰਾਨ ਹੁੰਦਾ ਕਿ ਆਖਰਕਾਰ ਹੋਇਆ ਕੀ, ਇਹ ਕੀ ਭਾਣਾ ਵਾਪਰਿਆ।
ਜਾ ਕੇ ਉਹਨੂੰ ਪੁੱਛਿਆ ਤੇ ਲੱਕੜਹਾਰੇ ਨੇ ਕਿਹਾ, ਜੀ ਬੜੇ ਸੋਹਣੇ ਦਿਨ ਚੱਲ ਰਹੇ ਨੇ, ਜੋ ਵੀ ਦੇਣ ਲੈਣ ਵਾਲਾ ਹੀ ਸਾਰਾ ਦਿੱਤਾ ਗਿਆ, ਸਾਰੇ ਕਰਜ਼ੇ ਲੱਥ ਗਏ ਨੇ, ਮਹਾਰਾਜ ਤੁਹਾਡੀ ਬੜੀ ਕਿਰਪਾ ਹੋਈ ਹੈ। ਪਰ ਰਾਜੇ ਨੇ ਪੁੱਛਿਆ, ਇਹ ਸਾਰੇ ਰੁੱਖ ਗਏ ਕਿੱਥੇ? ਤੇ ਲੱਕੜਹਾਰੇ ਨੇ ਕਿਹਾ, ਜੀ ਮੇਰਾ ਤੇ ਕੰਮ ਹੈ, ਮੈਂ ਜੰਗਲ ਦੇ ਵਿੱਚੋਂ ਲੱਕੜਾਂ ਵੱਢਦਾ ਸੀ, ਲਿਆ ਕੇ ਉਹਨਾਂ ਨੂੰ ਬਾਲ ਕੇ ਉਹਨਾਂ ਦਾ ਕੋਲਾ ਬਣਾਉਂਦਾ ਸੀ ਤੇ ਅੱਗੇ ਵੇਚਦਾ ਸੀ, ਇਸੇ ਤਰ੍ਹਾਂ ਦੇ ਨਾਲ ਮੇਰਾ ਗੁਜ਼ਾਰਾ ਚੱਲਦਾ। ਹੋਰ ਤਾਂ ਕੋਈ ਕੰਮ ਗਰੀਬ ਨੂੰ ਆਉਂਦਾ ਨਹੀਂ, ਉਹੀ ਕੰਮ ਮੈਂ ਇੱਥੇ ਕਰ ਲਿਆ। ਲੱਕੜਾਂ ਵੱਢੀ ਦੀਆਂ, ਕੋਲੇ ਬਣਾਈਦੇ ਨੇ ਤੇ ਅੱਗੇ ਵੇਚੀਦੇ ਨੇ। ਰਾਜੇ ਨੇ ਮੱਥੇ ਨੂੰ ਹੱਥ ਮਾਰਿਆ ਤੇ ਕਿਹਾ, ਜਾ ਏਦਾਂ ਕਰ, ਫਿਰ ਇਹਦੀ ਇੱਕ ਟਾਹਣੀ ਤੋੜ, ਮੇਰੇ ਕਹਿਣ ਦੇ ਉੱਤੇ ਜਾ ਬਾਜ਼ਾਰ ਦੇ ਵਿੱਚ ਵੇਚ ਕੇ ਆ, ਫਲਾਣੇ ਲੋਕਾਂ ਕੋਲ ਚਲੇ ਜਾਈਂ, ਉਹਨਾਂ ਨੂੰ ਪੁੱਛੀ ਕਿ ਕਿੰਨੇ ਦੀ ਲੈਂਦੇ ਆ। ਲੱਕੜਹਾਰਾ ਗਿਆ, ਵੇਚ ਕੇ ਆਇਆ, ਹੈਰਾਨ ਹੋ ਗਿਆ, ਇੰਨੇ ਪੈਸੇ? ਗਰੀਬ ਨੂੰ ਪਤਾ ਹੀ ਨਹੀਂ ਸੀ ਕਿ ਚੰਦਨ ਦੀ ਲੱਕੜ ਆ, ਇਹ ਇੰਨੀ ਮਹਿੰਗੀ ਵਿਕਦੀ ਆ। ਉਹਨੂੰ ਸਾੜ ਕੇ ਕੋਲੇ ਬਣਾਉਂਦਾ ਰਿਹਾ। ਪਰ ਹੁਣ ਸਮਾਂ ਲੰਘ ਚੁੱਕਾ ਸੀ। ਫਿਰ ਵੀ ਜਿੰਨੇ ਕੁ ਰੁੱਖ ਬਚੇ, ਉਹਨਾਂ ਰੁੱਖਾਂ ਦੇ ਨਾਲ ਉਹਦੀ ਜ਼ਿੰਦਗੀ ਬੜੀ ਐਸ਼ ਦੇ ਨਾਲ ਲੰਘ ਸਕਦੀ ਸੀ। ਫਿਰ ਵੀ ਸਮੇਂ ਮੁਤਾਬਕ ਪਤਾ ਲੱਗ ਗਿਆ ਕਹਾਣੀ ਦੀ ਪਹਿਲੀ ਗੱਲ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਕੁਝ ਦੇਣਾ ਤੇ ਉਦਾਂ ਦਾ ਦਿਓ ਜਿਹਦੀ ਉਹਨੂੰ ਸਮਝ ਹੋਵੇ। ਜ਼ਰੂਰੀ ਨਹੀਂ ਕਿ ਜੋ ਤੁਸੀਂ ਦਿੱਤਾ ਵਾ, ਜੋ ਤੁਸੀਂ ਤੋਹਫੇ ਕਿਸੇ ਦੇ ਲਈ ਲੈ ਕੇ ਜਾਂਦੇ ਹੋ, ਚਾਹੇ ਉਹ ਕਿੰਨੇ ਵੀ ਮਹਿੰਗੇ ਹੋਣ, ਕਈ ਵਾਰੀ ਅਗਲੇ ਨੂੰ ਵੈਲਿਊ ਨਹੀਂ ਹੁੰਦੀ, ਕਈ ਵਾਰੀ ਅਗਲੇ ਨੂੰ ਪਰਖ ਨਹੀਂ ਹੁੰਦੀ ਉਸ ਚੀਜ਼ ਦੀ। ਤੁਹਾਡੇ ਲਈ ਉਹ ਬਹੁਤ ਮਹਿੰਗਾ ਤੋਹਫਾ ਹੋ ਸਕਦਾ, ਕਿਸੇ ਦੇ ਲਈ ਉਹ ਬਿਲਕੁਲ ਬੇਕਾਰ, ਉਹਦੇ ਘਰ ਆਲਰੇਡੀ ਉਹ ਚੀਜ਼ ਪਈ ਹੋ ਸਕਦੀ ਹੈ। ਕਈ ਵਾਰੀ ਅਗਲੇ ਦੀ ਸਮਝ ਦੇ ਮੁਤਾਬਿਕ ਹੀ ਉਹ ਚੀਜ਼ ਬਹੁਤ ਛੋਟੀ ਜਾਂ ਵੱਡੀ ਹੁੰਦੀ ਹੈ। ਤੁਸੀਂ ਕੋਈ ਐਸੀ ਚੀਜ਼ ਦੇ ਦਿਓ ਜਿਹਦੀ ਅਗਲੇ ਨੂੰ ਨੌਲੇਜ ਹੀ ਨਹੀਂ ਹੈ, ਕੋਈ ਕੰਪਿਊਟਰ ਦੇ ਦਿਓ ਜਿਹੜਾ ਅਗਲੇ ਨੂੰ ਚਲਾਉਣਾ ਹੀ ਨਹੀਂ ਆਉਂਦਾ, ਤੇ ਉਹਦੇ ਲਈ ਕੌਡੀਆਂ ਦੇ ਭਾਅ। ਸੋ ਪਹਿਲੀ ਗੱਲ ਤੇ ਇਹ ਕਿ ਜਦੋਂ ਕਿਸੇ ਨੂੰ ਕੁਝ ਦੇਣਾ ਹੋਵੇ, ਭਾਵੇਂ ਤੋਹਫਾ ਹੀ ਦੇਣਾ ਹੋਵੇ, ਤੇ ਉਹ ਵੀ ਕਿਸੇ ਦੀ ਔਕਾਤ ਦੇ ਮੁਤਾਬਿਕ, ਸਮਝ ਦੇ ਮੁਤਾਬਿਕ ਹੀ ਦੇਣਾ ਚਾਹੀਦਾ, ਨਹੀਂ ਤੇ ਉਸ ਤੋਹਫੇ ਦੀ ਵੀ ਤੋਹੀਨ ਹੈ। ਵੈਸੇ ਜੇ ਆਪਾਂ ਅਧਿਆਤਮਕ ਪੱਖ ਵੱਲ ਜੋੜੀਏ ਤੇ ਇਹ ਸਾਡੀ ਜ਼ਿੰਦਗੀ ਆ, ਤੇ ਇਹ ਲੱਕੜਾਂ ਸਾਡੇ ਚੱਲ ਰਹੇ ਸਵਾਸ। ਬੜੀ ਪਿਆਰੀ ਸਾਨੂੰ ਜ਼ਿੰਦਗੀ ਮਿਲੀ ਆ, ਬੜੇ ਸੋਹਣੇ ਸਾਨੂੰ ਸਵਾਸ ਮਿਲੇ ਨੇ, ਤੇ ਆਪਾਂ ਉਹਨਾਂ ਨੂੰ ਕੋਲੇ ਬਣਾ ਕੇ ਵੇਚਦੇ ਹਾਂ। ਇਹਨਾਂ ਦੁੱਖਾਂ, ਤਕਲੀਫਾਂ, ਨਿੱਤ ਦੇ ਕਲਾ ਕਲੇਸ਼, ਇੱਕ ਦੂਸਰੇ ਦੇ ਨਾਲ ਈਰਖਾ, ਸਾੜੇ, ਰੋਸੇ, ਇਹਨਾਂ ਚੰਦਨ ਦੀਆਂ ਲੱਕੜਾਂ ਨੂੰ ਸਾੜ ਕੇ ਕੋਲੇ ਬਣਾਉਣ ਦੇ ਬਰਾਬਰ ਹੀ ਹੈ, ਜੋ ਕਿ ਆਪਾਂ ਨਿੱਤ ਕਰਦੇ ਹਾਂ। ਤੇ ਜਦੋਂ ਵੀ ਕਿਸੇ ਨੂੰ ਅਕਲ ਆ ਜੇ, ਜਦੋਂ ਵੀ ਕਿਸੇ ਨੂੰ ਸਮਝ ਆ ਜੇ ਕਿ ਆਪਾਂ ਨਿੱਤ ਤੇ ਕੋਲੇ ਨਹੀਂ ਬਣਾਉਣੇ, ਤੇ ਇਹ ਬਚੀਆਂ ਕੁਚੀਆਂ ਭਾਅ ਜਿਹੜੀਆਂ ਸਾਡੇ ਕੋਲ ਲੱਕੜਾਂ ਨੇ, ਜਿੰਨੇ ਰੁੱਖ ਬਚੇ ਨੇ, ਜਿੰਨੇ ਸਵਾਸ ਬਚੇ ਨੇ, ਉਹਨਾਂ ਨੂੰ ਆਪਾਂ ਸਹੀ ਪਾਸੇ ਲਾ ਲਈਏ, ਪਿਆਰ ਦੇ ਨਾਲ ਰਹੀਏ, ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ, ਇੱਕ ਦੂਸਰੇ ਨੂੰ ਜਿੱਥੇ ਮਿਲੀਏ ਮੁਸਕਰਾ ਕੇ ਮਿਲੀਏ, ਇੱਕ ਦੂਸਰੇ ਦੇ ਕੋਲੋਂ ਸਾਨੂੰ ਪੋਜ਼ਿਟਿਵਿਟੀ ਮਿਲੇ, ਨਾ ਕਿ ਨੈਗੇਟਿਵਿਟੀ। ਇੱਕ ਦੂਸਰੇ ਨੂੰ ਲਤਾੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੀਏ, ਤੇ ਫਿਰ ਆਪ ਵੀ ਖੁਸ਼, ਤੁਹਾਡਾ ਆਸਾ ਪਾਸਾ ਵੀ ਖੁਸ਼, ਸਾਰਾ ਸਮਾਜ ਖੁਸ਼, ਤੇ ਫਿਰ ਉਹ ਪ੍ਰਮਾਤਮਾ ਵੀ, ਰੱਬ ਵੀ ਖੁਸ਼ ਹੋਊਗਾ, ਉਹ ਕੁਦਰਤ ਵੀ ਖੁਸ਼ ਹੋਊਗੀ ਜਿਹਨੇ ਤੁਹਾਨੂੰ ਸਾਰਿਆਂ ਨੂੰ ਬਣਾਇਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ। ਧੰਨਵਾਦ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ, ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।